20ਵੀਂ ਸਦੀ ਨੂੰ ਤਕਨਾਲੋਜੀ ਦੀ ਸਦੀ ਕਿਹਾ ਜਾ ਸਕਦਾ ਹੈ। ਡੰਡੀ ਇਸ ਦੌਰਾਨ ਨਵੀਆਂ ਖੋਜਾਂ ਨੇ ਗਿਆਨ ਵਿੱਚ ਵਿਸ਼ਾਲ ਵਾਧਾ ਕਰਕੇ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਡੰਡੀ ਇਸ ਦੇ ਸਿੱਟੇ ਵਜੋਂ ਹਰ ਮਨੁੱਖ ਦੀ ਸੋਚ ਅਤੇ ਜੀਵਨ ਸ਼ੈਲੀ ਵਿੱਚ ਪਰਿਵਰਤਨ ਦਿਖਾਈ ਦੇ ਰਿਹਾ ਹੈ। ਡੰਡੀ ਅਜਿਹੀ ਇਨਕਲਾਬੀ ਤਬਦੀਲੀ ਲਿਆਉਣ ਵਾਲੀਆਂ ਕਈ ਵਿਸ਼ੇਸ਼ ਕਾਢਾਂ ਹਨ। ਡੰਡੀ ਕੰਪਿਊਟਰ ਇਸ ਸਦੀ ਦੀ ਵੱਡੀ ਕਾਢ ਹੈ। ਡੰਡੀ ਕੰਪਿਊਟਰ ਦਾ ਸਭ ਤੋਂ ਪਹਿਲਾ ਡਿਜ਼ਾਈਨ 1834 ਵਿੱਚ ਤਿਆਰ ਕੀਤਾ ਗਿਆ, ਪਰ ਇਸ ਅਨੁਸਾਰ ਮਸ਼ੀਨ ਤਿਆਰ ਨਹੀਂ ਹੋ ਸਕੀ। ਡੰਡੀ ਪਹਿਲਾ ਪੂਰਾ ਇਲੈਕਟ੍ਰੋਨਿਕ ਕੰਪਿਊਟਰ 1946 ਵਿੱਚ ਤਿਆਰ ਹੋਇਆ, ਜਿਹੜਾ ਕਿ ਵੱਡੇ ਆਕਾਰ ਦੀ ਗੁੰਝਲਦਾਰ ਮਸ਼ੀਨ ਸੀ ਅਤੇ ਇਸ 'ਤੇ ਕੰਮ ਕਰਨਾ ਸੌਖਾ ਨਹੀਂ ਸੀ। ਡੰਡੀ 1960 ਵਿੱਚ ਟਰਾਂਜਿਸਟਰ ਦੀ ਕਾਢ ਨਾਲ ਕੰਪਿਊਟਰ ਦੇ ਡਿਜ਼ਾਈਨ ਬਿਹਤਰ ਅਤੇ ਸਸਤੇ ਹੋ ਗਏ ਅਤੇ ਇਸ 'ਤੇ ਕੰਮ ਕਰਨਾ ਸੌਖਾ ਹੋ ਗਿਆ। ਡੰਡੀ 1970ਵਿਆਂ ਵਿੱਚ ਚਿੱਪ ਦੀ ਕਾਢ ਕਾਰਨ ਕੰਪਿਊਟਰ ਪਹਿਲਾਂ ਨਾਲੋਂ ਹੋਰ ਵੀ ਛੋਟਾ, ਸਸਤਾ ਅਤੇ ਸ਼ਕਤੀਸ਼ਾਲੀ ਹੋ ਗਿਆ। ਡੰਡੀ ਇਸ ਦੇ ਫਲਸਰੂਪ ਹੁਣ ਪਰਸਨਲ ਕੰਪਿਊਟਰ ਹੋਂਦ ਵਿੱਚ ਆਇਆ ਹੈ। ਡੰਡੀ ਪਰਸਨਲ ਕੰਪਿਊਟਰ ਨੂੰ ਆਮ ਬੋਲੀ ਵਿੱਚ PC ਕਿਹਾ ਜਾਂਦਾ ਹੈ। ਡੰਡੀ ਲੱਖਾਂ PC ਵਿਸ਼ਵ ਲੜੀ ਵਿੱਚ ਜੋੜ ਦਿੱਤੇ ਗਏ ਹਨ, ਜਿਸ ਨੂੰ ਅਸੀਂ ਆਮ ਬੋਲੀ ਵਿੱਚ ਇੰਟਰਨੈਟ ਕਹਿੰਦੇ ਹਾਂ। ਡੰਡੀ ਇੰਟਰਨੈਟ ਰਾਹੀਂ ਸਾਰੀ ਦੁਨੀਆ ਵਿੱਚ ਸੂਚਨਾ ਦਾ ਆਦਾਨ ਪ੍ਰਦਾਨ ਬੜੀ ਆਸਾਨੀ ਅਤੇ ਤੇਜ਼ੀ ਨਾਲ ਹੁੰਦਾ ਹੈ। ਡੰਡੀ 1960 ਤੋਂ ਮਗਰੋਂ ਉਪਗ੍ਰਹਿ ਦੀ ਆਮਦ ਨੇ ਦੂਰ ਸੰਚਾਰ ਦੀ ਮੁਸ਼ਕਲ ਨੂੰ ਹੱਲ ਕਰ ਦਿੱਤਾ ਹੈ। ਡੰਡੀ ਅੱਜ ਉਪਗ੍ਰਹਿ ਅਤੇ ਕੰਪਿਊਟਰ ਕਿਸੇ ਵੀ ਦੂਰ ਸੰਚਾਰ ਨੈੱਟਵਰਕ ਦੇ ਅੰਗ ਹਨ, ਜਿਸ ਕਾਰਨ ਅਸੀਂ ਕਿਸੇ ਵੀ ਦੇਸ਼ ਵਿੱਚ ਬੈਠੇ ਵਿਅਕਤੀ ਨਾਲ ਸਕਿੰਟਾਂ ਵਿੱਚ ਤਾਲਮੇਲ ਕਰ ਸਕਦੇ ਹਾਂ। ਡੰਡੀ ਇਸ ਸਹੂਲਤ ਨੇ ਵਿਸ਼ਵ ਨੂੰ ਇੱਕ ਛੋਟਾ ਜਿਹਾ ਪਿੰਡ ਬਣਾ ਕੇ ਰੱਖ ਦਿੱਤਾ ਹੈ। ਡੰਡੀ ਉਪਗ੍ਰਹਿ ਦਾ ਯੋਗਦਾਨ ਕਈ ਖੇਤਰਾਂ ਵਿੱਚ ਹੈ। ਡੰਡੀ ਇਸ ਤੋਂ ਮੌਸਮ ਬਾਰੇ ਜਾਣਕਾਰੀ, ਰੇਡੀਓ ਅਤੇ ਟੈਲੀਵਿਜ਼ਨ ਦਾ ਪ੍ਰਸਾਰਣ ਅਤੇ ਜਾਸੂਸੀ ਆਦਿ ਦੇ ਕੰਮਾਂ ਵਿੱਚ ਮਦਦ ਲਈ ਜਾਂਦੀ ਹੈ। ਡੰਡੀ ਉਪਗ੍ਰਹਿ ਦੀ ਮਦਦ ਨਾਲ ਹੀ ਮਨੁੱਖ ਪੁਲਾੜ ਵਿੱਚ ਘੁੰਮਿਆ ਅਤੇ ਚੰਦ ਤੱਕ ਪੁੱਜਿਆ ਹੈ। ਡੰਡੀ ਅਨੁਮਾਨ ਹੈ ਕਿ ਮਨੁੱਖ ਮੰਗਲ 'ਤੇ ਵੀ ਜਲਦੀ ਪੁੱਜ ਜਾਵੇਗਾ। ਡੰਡੀ ਪੈਰਾ ਪੰਜਾਬ ਰਾਜ ਭਾਸ਼ਾ ਐਕਟ 1967 ਦੇ ਉਪਬੰਧਾਂ ਅਨੁਸਾਰ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਕਰਾਰ ਦਿੱਤੀ ਹੋਈ ਹੈ। ਡੰਡੀ ਇਸ ਲਈ ਪੰਜਾਬ ਵਿੱਚ ਪ੍ਰਸ਼ਾਸਨ, ਸਿੱਖਿਆ ਅਤੇ ਨਿਆਂਪਾਲਿਕਾ ਦੇ ਖੇਤਰ ਵਿੱਚ ਸਾਰਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਣਾ ਲਾਜ਼ਮੀ ਹੈ। ਡੰਡੀ ਸਰਕਾਰ ਵੱਲੋਂ ਇਸ ਐਕਟ ਅਧੀਨ ਸਮੇਂ-ਸਮੇਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਇਹ ਸੁਨਿਸ਼ਚਿਤ ਕਰਨ ਲਈ ਯਤਨ
ਕੀਤਾ ਜਾਂਦਾ ਹੈ ਕਿ ਮਾਂ ਬੋਲੀ ਨੂੰ ਉਸ ਦਾ ਉਚਿਤ ਸਥਾਨ ਦੇਣ ਦੇ ਨਾਲ ਨਾਲ ਇਸ ਦੀ ਰਾਜ ਭਾਸ਼ਾ ਦੇ ਤੌਰ 'ਤੇ ਵਰਤੋਂ ਹਰੇਕ ਪੱਧਰ ਉੱਪਰ ਲਾਜ਼ਮੀ ਰੂਪ ਵਿੱਚ ਕੀਤੀ ਜਾਵੇ। ਡੰਡੀ ਐਪਰ ਵੇਖਣ ਵਿੱਚ ਆਇਆ ਹੈ ਕਿ ਪੰਜਾਬੀ ਵਿੱਚ ਦਫ਼ਤਰੀ ਕੰਮਕਾਜ ਉਸ ਤੇਜ਼ ਰਫ਼ਤਾਰੀ ਨਾਲ ਅਤੇ ਤਨਦੇਹੀ ਨਾਲ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਕਿ ਇਹ ਕਰਨਾ ਬਣਦਾ ਹੈ। ਡੰਡੀ ਪੰਜਾਬ ਸਰਕਾਰ ਦੀ ਭਾਸ਼ਾ ਨੀਤੀ ਜਨਤਾ ਨੂੰ ਦਿੱਤੇ ਵਿਸ਼ਵਾਸ ਅਤੇ ਮੈਨੀਫੈਸਟੋ ਅਨੁਸਾਰ ਦਫ਼ਤਰੀ ਕੰਮਕਾਜ ਪੰਜਾਬੀ ਵਿੱਚ ਕਰਨ ਲਈ ਮੰਤਰੀ ਮੰਡਲ ਦੇ ਸਮੂਹ ਮੰਤਰੀਆਂ ਦੇ ਸਹਿਯੋਗ ਦੀ ਅਤਿਅੰਤ ਜ਼ਰੂਰਤ ਹੈ। ਡੰਡੀ ਆਸ ਹੈ ਕਿ ਆਪ ਵੱਲੋਂ ਆਪਣੇ ਵਿਭਾਗ ਵਿੱਚ ਪੰਜਾਬੀ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ। ਡੰਡੀ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਨੋਟਿੰਗ ਡਰਾਫਟਿੰਗ ਅਤੇ ਪੱਤਰ ਵਿਹਾਰ ਪੰਜਾਬੀ ਵਿੱਚ ਨਾ ਕਰੇ ਤਾਂ ਉਸ ਨੂੰ ਲਿਖਤੀ ਰੂਪ ਵਿੱਚ ਤਾੜਨਾ ਕੀਤੀ ਜਾਵੇ ਅਤੇ ਤੀਜੀ ਤਾੜਨਾ ਦੀ ਕਾਪੀ ਉਸ ਦੀ ਆਚਰਣ ਪੱਤਰੀ ਵਿੱਚ ਲਗਾਈ ਜਾਵੇ। ਡੰਡੀ ਇਸ ਦੇ ਨਾਲ ਹੀ ਉਸ ਵਿਰੁੱਧ ਸਰਕਾਰੀ ਕਰਮਚਾਰੀ ਆਚਰਣ ਨਿਯਮਾਵਲੀ 1966 ਦੇ ਨਿਯਮ 3 ਅਤੇ ਪੰਜਾਬ ਸਿਵਲ ਸੇਵਾਵਾਂ ਦੰਡ ਅਤੇ ਅਪੀਲ ਨਿਯਮਾਵਲੀ 1970 ਦੇ ਨਿਯਮ 5 ਤਹਿਤ ਵੀ ਕਾਰਵਾਈ ਕਰਨ ਦੀ ਖੇਚਲ ਕੀਤੀ ਜਾਵੇ। ਡੰਡੀ ਦਫ਼ਤਰਾਂ ਵਿੱਚ ਪੰਜਾਬੀ ਦੀ ਵਰਤੋਂ ਯਕੀਨੀ ਬਣਾਉਣ ਲਈ ਨਿਗਰਾਨੀ ਦਾ ਕੰਮ ਭਾਸ਼ਾ ਵਿਭਾਗ ਨੂੰ ਸੌਂਪਿਆ ਹੋਇਆ ਹੈ ਜਿਸ ਦੇ ਜ਼ਿਲ੍ਹਾ ਭਾਸ਼ਾ ਅਫਸਰਾਂ ਵੱਲੋਂ ਆਪਣੇ ਜ਼ਿਲ੍ਹੇ ਦੇ ਦਫ਼ਤਰਾਂ ਦੀ ਹਰ ਮਹੀਨੇ ਚੈਕਿੰਗ ਕਰਕੇ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਜੋ ਅੱਗੇ ਸੰਬੰਧਿਤ ਪ੍ਰਬੰਧਕੀ ਸਕੱਤਰ ਨੂੰ ਲੋੜੀਂਦੀ ਕਾਰਵਾਈ ਲਈ ਭੇਜੀ ਜਾਂਦੀ ਹੈ। ਡੰਡੀ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਅਤੇ ਲੋੜੀਂਦੇ ਸਿੱਟੇ ਪ੍ਰਾਪਤ ਕਰਨ ਲਈ ਚੈਕਿੰਗ ਦੀ ਇੱਕ ਵਿਸ਼ੇਸ਼ ਮੁਹਿੰਮ ਮੰਥਨ ਦੇ ਰੂਪ ਵਿੱਚ ਚਲਾਉਣ ਦਾ ਮਨਸ਼ਾ ਹੈ ਜਿਸ ਵਿੱਚ ਮੇਰੇ ਨਾਲ ਸੰਬੰਧਿਤ ਪ੍ਰਸ਼ਾਸਕੀ ਸਕੱਤਰ ਪ੍ਰਮੁੱਖ ਸਕੱਤਰ ਸਿੱਖਿਆ ਤੇ ਡਾਇਰੈਕਟਰ ਭਾਸ਼ਾ ਵਿਭਾਗ ਸ਼ਾਮਲ ਹੋਣਗੇ। ਡੰਡੀ ਸਟਾਪ।